ਦਰਸ਼ਕੋ ਕਲੋਜ਼-ਅਪ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੋਰੋਨਾ ਵਾਇਰਸ ਤੇ ਮਨੁੱਖ ਦੇ ਉੱਤੇ ਪੈ ਰਹੇ ਪ੍ਰਭਾਵਾਂ ਦੇ ਬਾਰੇ ਗੱਲ ਕਰਾਂਗੇ। ਵਾਇਰਸ ਨੇ ਕਿਵੇਂ ਮਨੁੱਖ ਨੂੰ ਬਦਲ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਦਲਾਅ ਹੋਰ ਵੀ ਡੂੰਘਾ ਤੇ ਪ੍ਰਭਾਵਸ਼ਾਲੀ ਹੋਣ ਵਾਲਾ ਹੈ। ਇਸ ਬਦਲਦੇ ਹੋਏ ਜਗਤ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਕਿਵੇਂ ਸਾਂਭਣਾ ਹੈ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਦੇ ਜਾਣੇ ਪਛਾਣੇ ਰਾਈਟਰ ਕਵੀ ਮਿੰਦਰ ਸਾਡੇ ਨਾਲ ਸ਼ਾਮਲ ਨੇ। ਚੰਡੀਗੜ੍ਹ ਤੋਂ ਉੱਘੇ ਚਿੰਤਕ ਤੇ ਜਰਨਲਿਸਟ ਜਸਪਾਲ ਸਿੰਘ ਸਿੱਧੂ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਨੇ ਤੇ ਅੰਮ੍ਰਿਤਸਰ ਤੋਂ ਜਾਣੇ ਪਛਾਣੇ ਪੰਜਾਬੀ ਲੇਖਕ ਤੇ ਕਵੀ ਡਾਕਟਰ ਅੰਬਰੀਸ਼ ਸਾਡੀ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਨੇ। ਸਭ ਤੋਂ ਪਹਿਲਾਂ ਮੈਂ ਅੰਬਰੀਸ਼ ਹੋਰਾਂ ਨੂੰ ਇਹ ਗੱਲ ਮੈਂ ਉਹਨਾਂ ਤੋਂ ਜਾਣਨੀ ਚਾਹਾਂਗਾ ਕਿ ਕੀ ਮਨੁੱਖ ਦੇ ਸਿੱਖਣ ਲਈ ਇਸ ਕੋਰੋਨਾ ਵਾਇਰਸ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਹਾਮਾਰੀ ਦਾ ਦੌਰ ਚੱਲਿਆ, ਇਸ ਦੇ ਵਿੱਚੋਂ ਮਨੁੱਖ ਦੇ ਸਿੱਖਣ ਲਈ ਕੀ ਕੁਝ ਬਣਦਾ ਹੈ, ਬਚਿਆ ਹੈ, ਕੀ ਹੈ ਉਹ? ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ ਧੰਨਵਾਦ, ਤੁਸੀਂ ਮੈਨੂੰ ਇਸ ਪ੍ਰੋਗਰਾਮ 'ਚ ਇਨਵਾਈਟ ਕੀਤਾ। ਇਸ ਤਰ੍ਹਾਂ ਕਿ ਮੈਨੂੰ ਆਸ ਤਾਂ ਬਹੁਤ ਹੈ ਕਿ ਇਸ ਤੋਂ ਬੰਦਾ ਬਹੁਤ ਕੁਝ ਸਿੱਖੇਗਾ, ਪਰ ਜੇ ਅਸੀਂ ਮਨੁੱਖ ਦੀ ਪੁਰਾਣੇ ਇਤਿਹਾਸ ਨੂੰ ਲਈਏ ਤੇ ਕਿਉਂਕਿ ਮਨੁੱਖ ਦੇ ਇਤਿਹਾਸ ਤੋਂ ਹੀ ਲੈ ਕੇ ਤੇ ਸਗੋਂ ਪੂਰਵ ਇਤਿਹਾਸ ਦੇ ਸਮੇਂ ਤੋਂ ਹੀ ਬਹੁਤ ਸਾਰੀਆਂ ਮਹਾਮਾਰੀਆਂ, ਬਹੁਤ ਸਾਰੀਆਂ ਵਿਪਦਾਵਾਂ ਬੰਦੇ ਤੇ ਹੁੰਦੀਆਂ ਰਹੀਆਂ, ਪਰ ਕੀ ਮਨੁੱਖ ਨੇ ਉਹਨਾਂ ਤੋਂ ਸਿੱਖਿਆ? ਤੇ ਜੇ ਅਸੀਂ ਫਿਲਾਸਫਰ ਹੀਗਲ ਦੇ ਜਾਈਏ, ਉਹ ਕਹਿੰਦਾ ਵੀ ਇਤਿਹਾਸ ਸਾਨੂੰ ਇਹੀ ਸਿਖਾਉਂਦਾ ਹੈ ਕਿ ਇਤਿਹਾਸ ਸਾਨੂੰ ਕੁਛ ਨਹੀਂ ਸਿਖਾਉਂਦਾ। ਤੋ ਮੈਨੂੰ ਆਸ ਹੈ ਕਿ ਮਨੁੱਖ ਪੁਰਾਣੇ ਸਮਿਆਂ ਤੋਂ ਜ਼ਿਆਦਾ ਇਨਲਾਈਟਨਡ ਹੈ, ਜ਼ਿਆਦਾ ਸਿਆਣਾ ਹੈ ਔਰ ਕੁਛ ਨਾ ਕੁਛ ਜ਼ਰੂਰ ਸਿੱਖੇਗਾ, ਇਹ ਮੈਨੂੰ ਆਸ ਹੈ। ਪਰ ਮੈਂ ਬਿਲਕੁਲ ਨਿਸ਼ਚੈ ਨਾਲ ਨਹੀਂ ਕਹਿ ਸਕਦਾ ਕਿ ਵਾਕਈ ਉਹ ਬਦਲੇਗਾ, ਬਹੁਤ ਕੁਝ ਸਿੱਖੇਗਾ। ਉਹ ਬਦਲੇਗਾ ਜ਼ਰੂਰ, ਬਹੁਤ ਕੁਝ ਬਦਲ ਜਾਏਗਾ, ਬਦਲ ਗਿਆ ਇਨਫੈਕਟ, ਔਰ ਉਹ ਬਿਹਤਰ ਨਹੀਂ ਬਦਲੇਗਾ, ਇਸ ਬਾਰੇ ਮੈਨੂੰ ਆਸ ਪੂਰੀ ਹੈ, ਪਰ ਮੈਂ ਬਹੁਤ ਨਿਸ਼ਚੈ ਨਾਲ ਨਹੀਂ ਕਹਿ ਸਕਦਾ ਕਿ ਵਾਕਈ ਉਹ ਬਦਲੇਗਾ। ਜਸਪਾਲ ਜੀ, ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਬਦਲਣ ਦੀ ਲੱਗਦਾ ਹੈਗਾ ਕਿ ਸੰਭਾਵਨਾਵਾਂ ਹੈਗੀਆਂ ਬਦਲਣ ਦੀ? ਕਿਹੜੀਆਂ ਐਸੀਆਂ ਚੀਜ਼ਾਂ? ਦੇਖੋ, ਪਹਿਲਾਂ ਤਾਂ ਬਦਲਣ ਲਈ ਬੰਦੇ ਨੂੰ ਅਸੀਂ ਬਦਲ ਕੇ ਕਰਨਾ ਕੀ ਚਾਹੁੰਦੇ ਹਾਂ। ਅੱਜ ਬੰਦਾ ਗਲਤ ਹੋ ਗਿਆ, ਕੱਲ ਨੂੰ ਕਿਹੜਾ ਚੰਗਾ ਪੱਖ ਹੈ, ਕਿਹੜੇ ਨੂੰ ਅਸੀਂ ਚੰਗਾ ਬਣਨਾ ਕਹਿੰਦੇ ਹਾਂ, ਕਿਹੜੇ ਨੂੰ ਮਾੜਾ, ਕਿਹੋ ਜਿਹਾ ਬਦਲ ਚਾਹੁੰਦੇ ਆ। ਇਹ ਹੁਣ ਬਦਲ ਥੋੜਾ ਜਿਹਾ ਸਾਨੂੰ ਕੁਆਲੀਫਾਈ ਕਰਨਾ ਪਏਗਾ। ਜਿਵੇਂ ਡਾਕਟਰ ਸਾਹਿਬ ਹੋਰਾਂ ਨੇ ਕਿਹਾ ਵੀ ਬਦਲ ਹੁਣ ਕਿਸ ਕਿਸਮ ਦਾ ਬਦਲ, ਕਿਹੜੀ ਅਸੀਂ ਵੈਲਿਊ ਸਿਸਟਮ ਤੋਂ ਕਿਹੜੇ ਬਦਲ ਨੂੰ ਲੱਭਦੇ ਆ, ਕਿਹੜਾ ਵੈਲਿਊ ਸਿਸਟਮ ਅਸੀਂ ਲਈ ਫਿਰਦੇ ਆ। ਉਹ ਵੈਲਿਊ ਸਿਸਟਮ ਮਾਡਰਨਿਜ਼ਮ ਨੇ ਤਾਂ ਕਾਫੀ ਦੇਰ ਦਾ ਬਦਲਤਾ, ਉਹ ਵੈਲਿਊ ਸਿਸਟਮ ਟੈਕਨੋਲੋਜੀ ਦੀ ਐਡਵਾਂਸਮੈਂਟ ਨੇ ਬਦਲਤਾ। ਹੁਣ ਅਸੀਂ ਕਿਹੜਾ ਵੈਲਿਊ ਸਿਸਟਮ ਚਾਹੁੰਦੇ ਆ ਜਿਹਦੇ ਚ ਅਸੀਂ ਜਿਸ ਕਿਸਮ ਦਾ ਬਦਲ ਲੱਭਦੇ ਆ, ਉਹ ਪਿਛਲੇ ਬਦਲ ਪਿੱਛੇ ਰਹਿ ਗਏ। ਇਹ ਅੱਜ ਦੇ ਜਿਹੜਾ ਯੁੱਗ ਹੋ ਗਿਆ ਉਹ ਤਾਂ ਇੰਨਾ ਤੇਜ਼ੀ ਨਾਲ ਬਦਲ ਗਿਆ, ਇੰਨੀ ਟੈਕਨੋਲੋਜੀ ਨੇ ਬਦਲਤਾ, ਪਿਛਲੀਆਂ ਗੱਲਾਂ ਸਾਰੀਆਂ ਸਿਰ। ਜਿਹੜੇ ਰਿਲੀਜਨ ਨੇ ਸਾਨੂੰ ਵੈਲਿਊ ਸਿਸਟਮ ਦਿੱਤੇ ਸੀ, ਉਹ ਵੈਲਿਊ ਸਿਸਟਮ ਕਦੋਂ ਦੇ ਮਾਡਰਨਾਈਜੇਸ਼ਨ ਨੇ ਕਾਫੀ ਦੇਰ ਤੇ ਛੱਡ ਚੁੱਕੇ, ਜਾਂ ਉਹਨਾਂ ਦੇ ਬਹੁਤ ਵੱਡੀ ਆਂਚ ਆ ਚੁੱਕੀ ਹੈ। ਹੁਣ ਅਸੀਂ ਕਿਸ ਕਿਸਮ ਦਾ ਬਦਲ ਚਾਹੁੰਦੇ, ਬੰਦੇ ਨੂੰ ਕੀ ਚਾਹੁੰਦੇ ਆ ਵੀ ਕਿਹੋ ਜਿਹਾ ਬਣੇ, ਔਰਤ ਕਿਹੋ ਜਿਹਾ ਬਿਹੇਵ ਕਰੇ, ਬੰਦਾ ਕਿਹੋ ਜਿਹਾ ਕਰੇ, ਸਮਾਜ ਕਿਹੋ ਜਿਹਾ ਸਿਰਜੇ। ਇਹ ਅਸੀਂ ਸਾਰੇ ਐਕਸਪੈਰੀਮੈਂਟ ਛੋਟੇ ਛੋਟੇ ਹੁਣੇ ਦੇਖ ਲਿਆ, 100 ਸਾਲ ਦੇ ਆਲੇ ਦੁਆਲੇ ਅਸੀਂ ਸਮਾਜਿਕ ਸੋਸ਼ਲਿਜ਼ਮ ਵੀ ਦੇਖ ਲਿਆ, ਤੇ ਕੈਪੀਟਲਿਜ਼ਮ ਦਾ ਵੀ ਸਿਖਰ ਦੇਖ ਲਿਆ। ਹੁਣ ਅਸੀਂ ਕਿਸ ਕਿਸਮ ਦਾ ਬਦਲ ਚਾਹੁੰਦੇ ਆ? ਉਹ ਰਿਲੀਜਨ ਵਾਲਾ ਪਿਛਲੇ ਦੌਰ ਦਾ ਦਿੱਤਾ ਵੈਲਿਊ ਸਿਸਟਮ ਆ, ਉਹ ਵਿਚਾਲੇ ਜਿਹਾ ਲਟਕਿਆ ਫਿਰਦਾ। ਇਸ ਦੌਰ ਨੇ ਤਾਂ ਨਾ ਸਾਇੰਸ ਦਾ ਕੋਈ ਸਾਨੂੰ ਵੈਲਿਊ ਸਿਸਟਮ ਦਿੰਦੀ ਨਹੀਂ ਕਿ ਨਾ ਅਸੀਂ ਕਿਹੜੇ ਨੂੰ ਚੰਗਾ ਕਹੀਏ, ਕਿਹੜਾ ਬਦਲ ਅਸੀਂ ਲੋਚਦੇ ਆ, ਇਹ ਸਾਨੂੰ ਡਿਫਾਈਨ ਕਰਨਾ ਪਵੇਗਾ। ਮਿੰਦਰ ਜੀ, ਕਿਹੜੇ ਬਦਲ ਬਣਦੇ ਆ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ? ਕੀ ਕੋਈ ਬਦਲ ਬਣਦਾ ਵੀ ਹੈ ਜਾਂ ਨਹੀਂ ਬਣਦਾ? ਸੰਭਾਵਨਾ ਕੀ ਹੈ? ਹਾਂ, ਜਿੱਥੋਂ ਤੱਕ ਦੋਵੇਂ ਚਿੰਤਕਾਂ ਦਾ ਸਵਾਲ ਹੈ, ਅਸਲ ਵਿੱਚ ਮੈਂ ਇਹਨਾਂ ਨੂੰ ਦੋ ਸ਼ਬਦਾਂ ਵਿੱਚ ਦੱਸਣਾ ਚਾਹਾਂਗਾ
ਕਿ ਮਨੁੱਖਤਾ ਦੀਆਂ ਦੋ ਕੀਮਤਾਂ ਨੇ, ਇੱਕ ਸਥਾਪਿਤ ਹੋਣਾ, ਇੱਕ ਵਿਸਥਾਪਿਤ ਹੋਣਾ, ਐਸਟੈਬਲਿਸ਼ ਹੋਣਾ ਔਰ ਉਜੜਨਾ। ਇਹ ਅਸੀਂ ਆਸ ਕਰਦੇ ਹਾਂ, ਸਭ ਤੁਸੀਂ ਵੀ ਆਸ ਕਰਦੇ ਹੋ ਕਿ ਸ਼ਾਇਦ ਕੁਝ ਚੀਜ਼ ਵਿਸਥਾਪਿਤ ਹੋਏਗੀ, ਲੇਕਿਨ ਇਹ ਐਡੇ ਵੱਡੇ ਮੰਚ ਤੇ ਵਿਸਥਾਪਿਤ ਨਹੀਂ ਹੋਏਗੀ। ਜਿਹੜੀਆਂ ਚੀਜ਼ਾਂ ਬਦਲਣਗੀਆਂ, ਜਿਹੜੀਆਂ ਮੈਂ ਸੋਚ ਰਿਹਾ, ਜਿਸ ਤਰ੍ਹਾਂ ਅਸੀਂ ਬੈਠੇ ਆ ਅੱਜ, ਕਿ ਕੋਈ ਅੰਮ੍ਰਿਤਸਰ ਬੈਠਾ ਹੈ, ਕੋਈ ਚੰਡੀਗੜ੍ਹ ਬੈਠਾ ਹੈ, ਕੋਈ ਅਨੰਦਪੁਰ ਸਾਹਿਬ ਬੈਠਾ ਹੈ, ਔਰ ਇਸ ਤਰ੍ਹਾਂ ਅਸੀਂ ਗੱਲਾਂ ਕਰ ਰਹੇ ਹਾਂ। ਇੰਟਰਨੈਟ ਜਿਹੜਾ ਹੈ, ਇਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ। ਦੂਜੀ ਜਿਹੜੀ ਗੱਲ, ਜਾਂ ਇੰਟਰਨੈਟ ਵੱਧ ਗਿਆ ਤਾਂ ਇਸ ਦੇ ਨਾਲ ਜਿਹੜਾ ਮੰਡੀ ਤੇ ਪ੍ਰਭਾਵ ਪਏਗਾ। ਉਹ ਜਿਹੜੇ ਵੱਡੇ ਵੱਡੇ ਸ਼ੋਰੂਮ ਹੈ, ਹੁਣ ਅੱਜ ਸਾਡੇ ਘਰ ਵਿੱਚ ਜਿਹੜਾ ਸਾਨੂੰ ਘਰ ਵਿੱਚ ਚੀਜ਼ ਪਹੁੰਚਾਉਣ ਦੀ ਪ੍ਰਥਾ ਜਿਹੜੀ ਚੱਲ ਪਈ ਹੈ, ਇਹ ਪ੍ਰਥਾ ਜਿਹੜੀ ਹੈ ਇਹ ਅੱਗੇ ਤੋਂ ਸਟਰੋਂਗ ਹੋਏਗੀ, ਮੇਰਾ ਖਿਆਲ ਇਹ ਹੈ। ਐਸੇ ਤਰ੍ਹਾਂ ਨਾਲ ਲੋਕ ਆਪਣੇ ਘਰਾਂ ਵਿੱਚ ਜਿਹੜੀ ਅੱਜ ਕੈਦ ਮਹਿਸੂਸ ਕਰਦੇ ਆ, ਹੌਲੀ ਹੌਲੀ ਹੋ ਸਕਦਾ ਹੈ ਇਸ ਕਿਸਮ ਦਾ ਇੰਡੀਵਿਜੂਅਲ ਜਿਹੜਾ ਵੱਖਰਾ ਇੰਡੀਵਿਜੂਅਲ ਹੋਏਗਾ, ਜਿਹੜਾ ਮਸ਼ੀਨ ਤੇ ਨਿਰਭਰ ਕਰੇਗਾ, ਉਸ ਦਾ ਸਮੁੱਚਾ ਵਜੂਦ ਮਸ਼ੀਨ ਤੇ ਨਿਰਭਰ ਹੀ ਨਹੀਂ ਕਰੇਗਾ, ਸਗੋਂ ਆਪ ਵੀ ਮਸ਼ੀਨ ਬਣ ਜਾਏਗਾ। ਮਸ਼ੀਨ ਹੀ ਉਸਦਾ ਹੁਕਮ ਮੰਨੇਗੀ, ਮਸ਼ੀਨ ਦੇ ਵਿੱਚ ਹੀ ਜਾਏਗਾ। ਕਿਉਂਕਿ ਇਹ ਛੋਟਾ ਜਿਹਾ ਜਿਹੜਾ ਕਿਰਦਾਰ ਹੈ, ਠੀਕ ਹੈ, ਜਿਸ ਤਰ੍ਹਾਂ ਜਸਪਾਲ ਹੋਰਾਂ ਕਿਹਾ ਹੈ, ਡਾਕਟਰ ਸਾਹਿਬ ਨੇ ਕਿਹਾ ਹੈ ਕਿ ਆਦਿ ਕਾਲ ਤੋਂ, ਕੋਈ ਲਗਭਗ 12,000 ਸਾਲ ਪਹਿਲਾਂ ਤੋਂ ਐਸੇ ਤਰ੍ਹਾਂ ਮਹਾਮਾਰੀਆਂ ਸ਼ੁਰੂ ਹੁੰਦੀਆਂ ਰਹੀ, ਮਹਾਮਾਰੀਆਂ ਆਉਂਦੀਆਂ ਰਹੀਆਂ, ਲੇਕਿਨ ਮਨੁੱਖ ਬਦਲਿਆ ਨਹੀਂ ਹੈ। ਮਨੁੱਖ ਦੇ ਬਦਲਣ ਦੀ ਸੰਭਾਵਨਾਵਾਂ ਸਾਡੇ ਪਾਸ ਦੋ ਤਰ੍ਹਾਂ ਵਾਪਰੀ ਸੀ ਸੰਸਾਰ ਦੇ ਸਾਰੇ ਇਤਿਹਾਸ ਦੇ ਵਿੱਚ। ਅਸੀਂ ਦੇਖੀਏ, ਇੱਕ ਸੀ ਬੁੱਧ ਤੋਂ ਆਉਣਾ, ਜਿਹਦੇ ਵਿੱਚ ਐਸਟੈਬਲਿਸ਼ਮੈਂਟ ਨੂੰ ਪੂਰੀ ਤਰ੍ਹਾਂ ਨਾਲ ਤਹਿਸ਼ ਕਰ ਦਿੱਤਾ ਸੀ। ਦੂਜਾ ਸੀ ਸੰਤ ਪਰੰਪਰਾ ਦਾ ਆਉਣਾ। ਉਸ ਦੇ ਵਿੱਚ ਮੈਂ ਗੱਲ ਕਹਿਣੀ ਚਾਹਾਂਗਾ ਕਿ ਜਿਹੜਾ ਨਾਨਕ ਤਵ ਸੀ ਜਾਂ ਕਬੀਰ ਦੀ ਲਾਈਨ ਸੀ, ਹੁਣ ਨਾਨਕ ਤਵ ਨੂੰ ਅਸੀਂ ਐਸਟੈਬਲਿਸ਼ਮੈਂਟ ਨੇ ਉਹਨਾਂ ਦੇ ਜੋਤ ਸਮਾਉਣ ਦੇ ਨਾਲ ਹੀ ਖਤਮ ਕਰ ਦਿੱਤਾ। ਉਹ ਇੱਥੋਂ ਤੱਕ ਖਤਮ ਹੋ ਗਿਆ ਸਿੱਧੂ ਸਾਹਿਬ ਕਿ ਉਹਨਾਂ ਨੂੰ ਹਿੰਦੂ ਔਰ ਮੁਸਲਮਾਨ ਦਾ ਸਾਰੀ ਉਮਰ ਉਹ ਕਾਬੇ ਵੱਲ ਪੈਰ ਕਰਕੇ ਸੌਂਦੇ ਰਹੇ। ਉਹ ਪਾਣੀ ਜਿਹੜਾ ਹੈ ਉਹ ਖੇਤਾਂ ਨੂੰ ਦਿੰਦੇ ਰਹੇ, ਉਹ ਆਰਤੀ ਉਚਾਰਦੇ ਰਹੇ। ਉਹ ਨਾਲ ਹੀ ਉਹ ਜਿਹੜੀ ਐਸਟੈਬਲਿਸ਼ਮੈਂਟ ਨੇ ਉਹਨਾਂ ਦਾ ਨਰਕ ਖਤਮ ਕਰਕੇ ਫਿਰ ਦੁਬਾਰਾ ਐਸਟੈਬਲਿਸ਼ਮੈਂਟ ਦੇ ਵਿੱਚ ਸ਼ੁਰੂ ਕਰ ਦਿੱਤਾ। ਜਿਹੜੀ ਗੱਲ ਜਸਪਾਲ ਕਹਿੰਦਾ ਬਿਲਕੁਲ ਠੀਕ ਕਹਿੰਦਾ ਹੈ ਕਿ ਅਸੀਂ ਕਿਹਨਾਂ ਕੀਮਤਾਂ ਦੀ ਉਮੀਦ ਕਰਕੇ ਬੈਠੇ ਆ ਕਿ ਜਿਹੜੀਆਂ ਕੀਮਤਾਂ ਸਥਾਪਿਤ ਹੋ ਜਾਣਗੀਆਂ ਇਸ ਕਰੋਨਾ ਦੇ ਨਾਲ। ਜਿੱਥੋਂ ਮੈਂ ਅੰਬਰੀਸ਼ ਵੱਲ ਆਊਂਗਾ ਗੱਲ ਦੁਬਾਰਾ ਕਰਨ ਵਾਸਤੇ। ਜਿਵੇਂ ਰਫਲੀ ਬਹੁਤ ਚੀਜ਼ਾਂ ਬਦਲ ਰਹੀਆਂ, ਜਿਵੇਂ ਰੀਅਲ ਸਪੇਸ ਤੇ ਸਾਈਬਰ ਸਪੇਸ ਦਾ ਰਲਗੱਡ ਹੋਣ ਦੇ ਨਾਲ ਬੰਦਾ ਕੁਝ ਹੋਰ ਪਾਸੇ ਚੱਲਿਆ ਜਾ ਰਿਹਾ ਹੈ, ਉਹਦੇ ਜਾਵੀਏ ਵੱਖਰੇ ਨਿਕਲ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੇਰਾ ਖਿਆਲ ਤੁਸੀਂ ਬਹੁਤ ਰੈਲੇਵੈਂਟ ਪੁਆਇੰਟ ਕਿਹਾ ਹੈ ਤੇ ਮਿੰਦਰ ਹੋਰਾਂ ਨੇ ਇਹ ਕਿਹਾ ਕਿ ਇਹ ਕਿਸੇ ਨੇ ਮੈਂ ਕਹਾਂਗਾ ਕਿ ਆਨਲਾਈਨ ਕਲਚਰ ਸ਼ੁਰੂ ਹੋ ਗਿਆ ਇੱਕ। ਜਿਸ ਤਰ੍ਹਾਂ ਹੁਣ ਤੁਸੀਂ ਵੀ ਦੇਖਿਆ ਹੋਣਾ, ਅਸੀਂ ਬਹੁਤ ਸਾਰੇ ਦੋਸਤ ਜ਼ੂਮ ਵਿੱਚ ਜਾ ਕੇ ਇੱਕ ਦੂਸਰੇ ਨਾਲ ਗੱਲਾਂ ਕਰਦੇ ਆ, ਘੰਟਾ ਡੇਢ ਘੰਟਾ ਗੱਲਾਂ ਕਰਦੇ ਰਹਿੰਦੇ ਆ, ਔਰ ਐਕਸੈਪਟ ਕਿ ਅਸੀਂ ਫਿਜ਼ੀਕਲੀ ਇੱਕ ਦੂਸਰੇ ਦੇ ਕੋਲ ਨਹੀਂ ਹੁੰਦੇ, ਪਰ ਪਰਸਨਲੀ ਮੇਰੀ ਇਹ ਫੀਲਿੰਗ ਹੈ ਕਿ ਬਿਲਕੁਲ ਉਹੋ ਜਿਹੀਆਂ ਗੱਲਾਂ ਤੇ ਉਸ ਤਰ੍ਹਾਂ ਦੇ ਹਾਸਾ ਠੱਠਾ ਉਹੋ ਜਿਹੀਆਂ ਗੱਲਾਂ ਅਸੀਂ ਕਰਦੇ, ਸੀਰੀਅਸ ਵੀ ਕਰਦੇ ਆ। ਔਰ ਹੋ ਸਕਦਾ ਇਹਦੇ ਨਾਲ ਇਹ ਪਰਮਾਨੈਂਟਲੀ ਇੱਕ ਆਨਲਾਈਨ ਕਲਚਰ ਸ਼ੁਰੂ ਹੋ ਜਾਵੇ। ਕਈ ਵਾਰ ਇਹਦਾ ਇੱਕ ਪੋਜ਼ਿਟਿਵ ਫਾਲ ਆਊਟ ਇਹ ਹੋ ਸਕਦਾ ਕਿ ਇਹ ਜਿਸ ਤਰ੍ਹਾਂ ਸਰਕਾਰੀ ਤੌਰ ਤੇ ਬੰਦੇ ਕੋਈ ਚੰਡੀਗੜ੍ਹ ਭੱਜਿਆ ਜਾ ਰਿਹਾ, ਦਿੱਲੀ ਭੱਜਿਆ ਜਾ ਰਿਹਾ, ਤੇ ਹੁਣ ਪ੍ਰਾਈਮ ਮਿਨਿਸਟਰ ਉੱਥੇ ਬੈਠੇ ਹੀ ਚੀਫ ਮਿਨਿਸਟਰਸ ਨਾਲ ਮੀਟਿੰਗਸ ਕਰ ਰਿਹਾ। ਮੈਂ ਸਮਝਦਾ ਵੀ ਇਹ ਆਨਲਾਈਨ ਕਲਚਰ ਜਾਂ ਇੰਟਰਨੈਟ, ਜਿਵੇਂ ਮਿੰਦਰ ਹੋਰਾਂ ਵੀ ਕਿਹਾ, ਇੱਕ ਇਹਦਾ ਪੋਜ਼ਿਟਿਵ ਫਾਲ ਆਊਟ ਹੋ ਸਕਦਾ। ਪਰ ਬੰਦੇ ਦਾ ਮਨ ਦੇ ਉੱਤੇ ਕਿਹੜਾ ਇਫੈਕਟ ਕਿਵੇਂ ਪੈ ਗਿਆ? ਜਾਨੀ ਮਸਲਨ ਬੰਦੇ ਦੀ ਭਾਸ਼ਾ ਜਿਹੜੀ ਸੀਗੀ, ਕਿਸੇ ਆਪਣੇ ਐਕਸਪ੍ਰੈਸ ਕਰਨਾ, ਆਪਣੀ ਖੁਸ਼ੀ ਨੂੰ ਐਕਸਪ੍ਰੈਸ ਕਰਨਾ, ਜੱਫੀ ਪਾਉਣਾ, ਹੱਥ ਮਿਲਾਉਣਾ, ਹੋਰ ਕੰਟੈਕਟ, ਇਹ ਸਾਰੀ ਜਿਹੜੀ ਫਿਜ਼ੀਕਲ ਭਾਸ਼ਾ ਸੀ, ਜਿਹੜੀ ਜੁਗਾਂ ਤੋਂ ਬੰਦਾ ਹੌਲੀ ਸਿਰਜਦਾ ਆਇਆ ਸੀ ਤੇ ਉਹਨੇ ਸਿਰਜੀ, ਹੁਣ ਇਹ ਸਾਰੀ ਜਿਹੜੀ ਹੈ ਬੇਮਾਨੀ ਹੋ ਰਹੀ ਹੈ। ਇਹ ਬੇਮਾਨੀ ਜੋ ਹੋ ਰਹੀ ਹੈ ਤੇ ਇਹਦੀ ਜਗ੍ਹਾ ਫਿਰ ਕੀ ਆਏਗਾ? ਮੇਰਾ ਖਿਆਲ ਹੈ ਇਹ ਤਾਂ ਬਿਲਕੁਲ ਜਦੋਂ ਇਹ ਕਰੋਨਾ ਖਤਮ ਹੀ ਹੋ ਗਿਆ, ਇਹ ਜੇ ਜੱਫੀ ਪਾਣੀ, ਹੱਥ ਮਿਲਾਉਣਾ ਔਰ ਮਾਸਕ ਪਾਉਣਾ, ਇਹ ਮੇਰਾ ਖਿਆਲ ਜਿਹਨੂੰ ਕਹਿੰਦੇ ਨੇ ਨਿਊ ਨਾਰਮਲਸ ਹੋ ਜਾਣਗੇ।
ਕਿ ਕਰੋਨਾ ਜਾਏਗਾ ਤੇ ਇਹਦੀ ਜਗ੍ਹਾ ਕੁਝ ਹੋਰ ਆ ਜਾਏਗਾ, ਪਰ ਹੋ ਸਕਦਾ ਕਿ ਇਹ ਸਾਡੇ ਕਲਚਰ ਦਾ ਹਿੱਸਾ ਹੀ ਬਣ ਜਾਵੇ ਕਿ ਜਿਵੇਂ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ, ਜੱਫੀ ਨਹੀਂ ਪਾਉਣੀ, ਕੁਆਇਟ ਪੋਸੀਬਲ। ਜਿਵੇਂ ਆਨਲਾਈਨ ਕਲਚਰ ਹੈ ਉਸ ਤਰ੍ਹਾਂ ਹੀ ਸਾਡੇ ਸੱਭਿਆਚਾਰ ਦਾ ਹਿੱਸਾ ਹੋ ਜਾਏ। ਔਰ ਮੇਰਾ ਨਹੀਂ ਮਤਲਬ, ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਪਿਆਰ 'ਚ ਕੋਈ ਕਮੀ ਆ ਜਾਊਗੀ ਜੇ ਤੁਸੀਂ ਜੱਫੀ ਨਹੀਂ ਪਾ ਕੇ ਮਿਲ ਰਹੇ ਜਾਂ ਹੱਥ ਨਹੀਂ ਮਿਲਾ ਕੇ ਮਿਲ ਰਹੇ। ਸਿਰਫ ਪਿਆਰ ਦਾ ਜਿਹੜਾ ਇੱਕ ਅਭਿਵਿਅਕਤੀ ਹੈ ਉਹ ਡਿਫਰੈਂਟ ਹੋ ਜਾਏਗੀ, ਪਰ ਮੈਨੂੰ ਲੱਗਦਾ ਵੀ ਇਹ ਨਿਊ ਨਾਰਮਲ ਹੋਊਗਾ ਆਨਲਾਈਨ ਕਲਚਰ ਦਾ ਰਿਸ਼ਤਾ। ਜਸਪਾਲ ਜੀ, ਤੁਸੀਂ ਇਸ ਜਿਹੜਾ ਸਿਰਜਿਆ ਜਾ ਰਿਹਾ ਨਿਊ ਨਾਰਮਲ ਹੈ, ਜਿਹਦਾ ਚਰਚਾ ਪੂਰੀ ਪਲੈਨਟ ਦੇ ਵਿੱਚ ਸਾਰੇ ਕੰਟਰੀਆਂ ਵਿੱਚ ਹੋ ਰਿਹਾ ਕਿ ਨਿਊ ਨਾਰਮਲ ਬਣ ਰਿਹਾ, ਉਹ ਨਿਊ ਨਾਰਮਲ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਜਿਹੜਾ ਇਹ ਨਿਊ ਨਾਰਮਲ ਹੈ ਵਰਚੁਅਲ ਲਾਈਫ ਹੈ, ਰੀਅਲ ਲਾਈਫ ਨਹੀਂ ਹੈ। ਜਦੋਂ ਅਸੀਂ ਵਰਚੁਅਲ ਲਾਈਫ 'ਚ ਜਾਂਦੇ ਹਾਂ, ਸਾਡੀ ਇੰਟਰਨੈਟ ਤੇ ਡਿਜੀਟਲ ਜਿਹੜਾ ਇਹ ਸਾਰਾ ਵਰਲਡ ਹੈ, ਸਾਈਬਰ ਸਪੇਸ ਹੈ, ਇਹ ਸਾਰਾ ਵਰਚੁਅਲ ਰੀਅਲ ਨਹੀਂ। ਵਰਚੁਅਲ ਲਾਈਫ ਹੈ ਜਿਹੜੀ ਕਿ ਨਾ ਤੁਹਾਡੇ ਅੰਦਰ ਨੈਗੇਟਿਵਿਟੀ ਬਹੁਤ ਤੇਜ਼ੀ ਨਾਲ, ਇੰਡੀਵਿਜੂਅਲਿਜ਼ਮ, ਨੈਗੇਟਿਵਿਟੀ ਬਹੁਤ ਸਿਰੇ ਤੇ ਲੈ ਜਾਂਦੀ ਹੈ ਸਾਰੀ। ਤੁਹਾਡਾ ਜਦੋਂ ਤੁਸੀਂ ਪਰਸਨਲ ਲੈਵਲ ਤੇ ਮਿਲਦੇ ਹੋ, ਇੱਕ ਦੂਜੇ ਨਾਲ ਨੇੜੇ ਬਹਿੰਦੇ ਹੋ, ਸਾਰੀ ਸੁਸਾਇਟੀ ਹੁੰਦੀ ਹੈ, ਉਦੋਂ ਤੁਹਾਡੀ ਕੁਝ ਪੋਜ਼ਿਟਿਵਿਟੀ ਹੁੰਦੀ ਹੈ। ਹੁਣ ਤੁਸੀਂ ਮੋਟੇ ਲੈਵਲ ਤੇ ਇੱਕ ਲੈ ਲਓ ਵੀ ਤੁਸੀਂ ਹੁਣ ਬੈਠੇ ਹੀ ਅਮਰੀਕਾ ਚੋਂ ਉੱਥੋਂ ਡਰੋਨ ਛੱਡ ਦਿੰਦੇ ਹੋ ਤੇ ਬੰਦੇ ਨੂੰ ਜਾ ਕੇ ਉੱਥੇ ਮਾਰ ਦਿੰਦੇ ਹੋ। ਬੰਦੇ ਨੂੰ ਕਿੱਥੇ ਪਰਸਨਲੀ ਜਾ ਕੇ ਮਾਰਨ ਦੇ ਵਿੱਚ ਉਹਦੀ ਅੱਖ, ਉਹਦੀ ਸ਼ਕਲ, ਉਹਦੇ ਨਾਲ ਸਿੱਧਾ ਕਮਿਊਨੀਕੇਸ਼ਨ ਜਿਹੜਾ ਹੁੰਦਾ ਸੀਗਾ, ਉਹਦੇ ਵਿੱਚ ਤੁਹਾਡੇ ਡਿਸੀਜਨ ਬਦਲ ਜਾਂਦੇ ਸੀ, ਗੱਲਾਂ ਨਿਕਲੇ ਹੁੰਦੇ ਸੀ, ਤੁਹਾਡੀ ਮਾਨਸਿਕ ਅਵਸਥਾ ਤੇ ਅਸਰ ਅਟੈਕਰ ਤੇ ਹੀ ਪੈਂਦਾ ਸੀ ਤੇ ਅਟੈਕਡ ਤੇ ਵੀ ਪੈਂਦਾ ਸੀਗਾ। ਇਹ ਸਾਰਾ ਕੁਝ ਜਦੋਂ ਛੱਡਤਾ ਤੇ ਤੁਸੀਂ ਤਾਂ ਵਰਚੁਅਲ ਲਾਈਫ ਹੈ ਜਿਹੜੀ ਜਿਹਨੂੰ ਜਿਹੜੀ ਸਾਡੀ ਕੋਈ ਪੋਜ਼ਿਟਿਵਿਟੀ ਉਹਦੇ ਚ ਬਹੁਤੀ ਘੱਟ ਰਹਿ ਜੂਗੀ। ਪੋਜ਼ਿਟਿਵਿਟੀ ਦੇ ਚਾਂਸ ਉਹਦੇ ਚ ਘੱਟ। ਪੋਜ਼ਿਟਿਵਿਟੀ ਉਦੋਂ ਤੱਕ ਹੁੰਦੀ ਹੈ ਜਿਹਨੂੰ ਅਸੀਂ ਪੋਜ਼ਿਟਿਵਿਟੀ ਕਹਿੰਦੇ ਆ, ਜਿਹਦੇ ਨਾਲ ਸਾਡੇ ਮਾਨਸਿਕ ਲੈਵਲ ਦਾ ਅਸਰ ਪੈਰ ਤੇ ਪੈਂਦਾ ਹੈ। ਉਹ ਹੁੰਦਾ ਤੁਹਾਡੇ ਨੇੜੇ ਦੇ ਸੰਬੰਧ ਦਾ, ਫਿਜ਼ੀਕਲ ਨੇੜੇ ਰਹਿਣ ਦਾ ਸਾਰਾ। ਉਹ ਤਾਂ ਅਸੀਂ ਸਾਰਾ ਦੂਰ ਕਰ ਲਿਆ। ਇਸ ਕਰਕੇ ਇਹਦੇ ਚ ਨੈਗੇਟਿਵਿਟੀ ਦੇ ਚਾਂਸ ਬਹੁਤ ਜ਼ਿਆਦਾ ਆ। ਆਨਲਾਈਨ ਹੀ ਤੁਸੀਂ ਵਿਆਹ ਕਰਾਉਣ ਲੱਗ ਜਾਓਗੇ, ਆਨਲਾਈਨ ਹੀ ਬੱਚੇ ਪੈਦਾ ਹੋ ਕੇ ਆ ਜਾਂਦੇ। ਇਹ ਸਾਰਾ ਕੁਝ ਜਿਹੜਾ ਇਸ ਕਿਸਮ ਦਾ ਹੈ, ਇਹ ਜਿਹੜਾ ਸਾਰਾ ਡਿਸਕੋਰਸ ਹੈ ਬੇਬੀ ਟੈਸਟ ਟਿਊਬ ਬੇਬੀ ਤੱਕ ਦਾ, ਇਹ ਸਾਰਾ ਤੁਹਾਡਾ ਸੋਸਾਇਟੀ ਨੂੰ ਜਾਂ ਬੰਦੇ ਦਾ ਇਸ ਤਰੀਕੇ ਨਾਲ ਰਹਿ ਜਾਣਾ ਤੇ ਜਾਂ ਕਿਹੜੇ ਤੁਸੀਂ ਐਡਵਾਂਸਮੈਂਟ ਦੀ ਗੱਲ ਕਰਦੇ ਹੋ, ਇਹ ਸਾਰਾ ਥੋੜਾ ਜਿਹਾ ਨੈਗੇਟਿਵਿਟੀ ਵੱਲ ਬਹੁਤ ਜਾ ਰਿਹਾ। ਇਹਦੇ ਚ ਬੰਦੇ ਦਾ ਮਾਈਂਡ ਹੈ ਜਿਹੜਾ, ਜਿਹਦਾ ਮਨ ਹੈ ਜਿਹੜਾ, ਸਾਰੀ ਗੱਲ ਮਨ ਤੇ ਹੁੰਦੀ ਹੈ। ਉਹ ਮਨ ਕਿਵੇਂ ਬਣੂਗਾ? ਮਨ ਦੇ ਵਿੱਚ ਸਾਰੇ ਕਿਸਮ ਦੀਆਂ ਵਿਕਰਤੀਆਂ ਜਿਹੜੀਆਂ ਹੈ, ਉਹ ਨੈਗੇਟਿਵਿਟੀਆਂ ਬਹੁਤ ਤੇਜ਼ੀ ਨਾਲ ਆ ਜਾਣੀਆਂ, ਆ ਵੀ ਰਹੀਆਂ। ਇਸ ਕਰਕੇ ਫਿਜ਼ੀਕਲ ਹੋਣਾ, ਫਿਜ਼ੀਕਲ ਦੇ ਨੇੜੇ ਤੇ ਰਹਿਣਾ, ਸੁਸਾਇਟੀ ਅਸੀਂ ਵਰਚੁਅਲ ਲਾਈਫ ਦੇ ਵਿੱਚ ਨਹੀਂ ਅਸੀਂ ਉਮੀਦ ਕਰ ਸਕਦੇ। ਤੇ ਇਸ ਕਰਕੇ ਤੁਸੀਂ ਡਰੋਨ ਦੀ ਵੱਡੀ ਐਗਜ਼ਾਮਪਲ ਹੈ ਵੀ ਕਿਤੇ ਜਾ ਕੇ ਕਿਸੇ ਨੂੰ ਮਾਰ ਦਿਓ। ਤੇ ਇਹ ਇਸ ਕਿਸਮ ਦਾ ਜਿਹੜਾ ਪ੍ਰੋਸੈਸ ਹੈ, ਇਹ ਲਾਈਫ ਦੀ ਨੈਗੇਸ਼ਨ ਹੈ। ਪੋਜ਼ਿਟਿਵਿਟੀ ਇਹਦੇ ਚ ਕੋਈ ਨਹੀਂ ਹੈ। ਇੰਨਾ ਹੀ ਮੈਂ ਕਹਿਣਾ ਚਾਹੁੰਦਾ। ਮਿੰਦਰ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਟੱਚ ਜੀ ਦੀ ਗੱਲ ਕਰ ਰਹੇ ਜਸਪਾਲ ਕਰ ਰਿਹਾ ਕਿ ਟੱਚ ਗੁਆਚ ਗਈ ਤੇ ਬਹੁਤ ਕੁਝ ਬੰਦੇ ਦਾ ਗੁਆਚ ਜਾਏਗਾ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਜਸਪਾਲ 100% ਠੀਕ ਕਹਿ ਰਹੇ ਨੇ, ਲੇਕਿਨ ਅਸੀਂ, ਜਸਪਾਲ ਹੋਇਆ, ਮੈਂ ਹੋਇਆ, ਡਾਕਟਰ ਸਾਹਿਬ ਹੋਏ, ਤੁਸੀਂ ਵੀ ਉਹਨਾਂ ਵਿੱਚ ਸ਼ਾਮਲ ਹੋ, ਅਸੀਂ ਉਹ ਜੀਵ ਹਾਂ ਜਿਹੜੇ ਆਉਣ ਵਾਲੀ ਸੱਚਾਈ ਤੋਂ ਮੁਨਕਰ ਨਹੀਂ ਅਸੀਂ ਹੋ ਸਕਦੇ। ਇਹ ਗੱਲ ਠੀਕ ਹੈ ਕਿ ਕਦਰਾਂ ਕੀਮਤਾਂ ਟੁੱਟਣਗੀਆਂ, ਵੈਲਿਊ ਸਿਸਟਮ ਟੁੱਟੇਗਾ, ਸਥਾਪਨਾ ਜਿਹੜੀ ਹੈ ਉਹ ਟੁੱਟ ਜਾਏਗੀ, ਲੋਕ ਵਿਆਹ ਜਿਹੜੇ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਣਗੇ, ਪਰ ਉਹ ਕਰਨਗੇ, ਸਾਡੇ ਰੋਕਿਆ ਨਹੀਂ ਰੁਕਣਗੇ। ਇਸੇ ਤਰ੍ਹਾਂ ਨਾਲ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ, ਜਿਹੜੀ ਅਸੀਂ ਬੇਸਿਕਲੀ ਜਿਸ ਪੁਆਇੰਟ ਤੇ ਬੈਠੇ ਆ ਗੱਲ ਕਰਨ ਲਈ, ਪੁਆਇੰਟ ਹੀ ਇਹ ਹੈ ਕਿ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਸੀ ਉਹਨਾਂ ਦੇ ਵਿੱਚ ਇਹ ਜਿਹੜਾ ਕਰੋਨਾ ਹੈ ਉਹਦੇ ਵਿੱਚ ਕਿੰਨਾ ਇਜ਼ਾਫਾ ਕਰਦਾ ਹੈ ਜਾਂ ਉਹਨਾਂ ਨੂੰ ਰੋਕਦਾ ਹੈ। ਸਵਾਲ ਇਹ ਹੈ ਕਿ ਰੋਕੇਗਾ ਨਹੀਂ, ਉਸ ਦੇ ਵਿੱਚ ਇਜ਼ਾਫਾ ਕਰੇਗਾ। ਜੇ ਅਸੀਂ ਇਹ ਸਮਝੀਏ ਕਿ ਕਦਰਾਂ ਕੀਮਤਾਂ ਦੇ ਵਿੱਚ ਇਨਸਾਨੀਅਤ ਲਿਆਏਗਾ, ਜਿਸ ਤਰ੍ਹਾਂ ਜਸਪਾਲ ਸਿੰਘ ਕਹਿੰਦੇ ਨੇ ਕਿ ਉਹ ਸਾਰੀਆਂ ਜੋ ਮਰਜ਼ੀ ਬਹੁਤ ਦੇਰ ਦੀਆਂ ਸਾਡੇ ਚ ਹੋ ਚੁੱਕੀਆਂ ਨੇ, ਜੇ ਡਰੋਨ ਦੇ ਨੇ ਹਮਲੇ ਹੁੰਦੇ ਨੇ, ਹੋਰ ਸਾਰੇ ਹਮਲੇ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ ਹੈ, ਉਹ ਸਾਰੀਆਂ ਮਸ਼ੀਨਾਂ ਕੰਮ ਕਰਨਗੀਆਂ। ਮੈਂ ਪਹਿਲਾਂ ਵੀ ਕਿਹਾ ਸੀ ਕਿ ਉਸ ਦਾ ਇਨਕਰੀਜ਼ ਹੋਣਾ ਔਰ ਸੈਂਸਿਬਿਲਿਟੀ ਦਾ ਡਿਕਰੀਜ਼ ਹੋਣਾ, ਸਪਿਰਿਚੁਅਲਿਟੀ ਦਾ ਅਲੋਪ ਹੋ ਜਾਣਾ, ਇਹ ਸਾਰੀਆਂ ਗੱਲਾਂ ਬਹੁਤ ਭਿਆਨਕ ਰੂਪ ਵਿੱਚ ਵਾਪਰ ਰਹੀਆਂ। ਇਹ ਕਦੋਂ ਇਨਸਾਨ ਵਾਪਸ ਮੁੜਦਾ ਹੈ, ਇਸ ਦੇ ਬਾਰੇ ਵਿੱਚ ਕੋਈ ਕੁਝ ਨਹੀਂ ਕਿਹਾ ਜਾ ਸਕਦਾ।
ਅੰਬਰੀਸ਼ ਜਿਹੜੀ ਡਿਜੀਟਲ ਲਾਈਫ ਹੈਗੀ ਹੈ, ਦੋ ਤਰ੍ਹਾਂ ਦੀ ਗੱਲਾਂ ਚੱਲਦੀ। ਡਿਜੀਟਲ ਲਾਈਫ ਇੱਕ ਤਾਂ ਇਹ ਹੈਗਾ ਕਿ ਨੈਟ ਦੇ ਜਾਂ ਇਸ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਹੈ ਉਸ ਦਾ ਗੁਲਾਮ ਬਣਾ ਦਿੰਦੀ ਹੈ ਬੰਦੇ ਨੂੰ ਇਹ ਟੈਕਨੋਲੋਜੀ। ਪਰ ਦੂਜੀ ਤਾਂ ਇਹ ਵੀ ਹੈ ਕਿ ਇੱਕ ਟੈਕਨੋਲੋਜੀ, ਜਿਵੇਂ ਹੁਣ ਟੇਢੇ ਢੰਗ ਨਾਲ ਮਿੰਦਰ ਜ਼ਿਕਰ ਕਰ ਰਹੇ ਸੀ, ਬੰਦੇ ਨੂੰ ਮੁਕਤੀ ਵੀ ਦਿੰਦੀ ਹੈ, ਉਸ ਨੂੰ ਆਜ਼ਾਦ ਵੀ ਬਣਾਉਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਤੋਂ। ਤੁਸੀਂ ਕਿੱਦਾਂ ਸੋਚਦੇ ਹੋ? ਮੇਰਾ ਖਿਆਲ ਜਿਵੇਂ ਜਸਪਾਲ ਹੋਰਾਂ ਕਿਹਾ ਤੇ ਮਿੰਦਰ ਹੋਰਾਂ ਕਿਹਾ, ਇਹ 'ਚ ਭਾਵੇਂ ਬਹੁਤ ਨੈਗੇਟਿਵਿਟੀ ਵੀ ਹੈ, ਪਰ ਮੈਂ ਸਮਝਦਾ ਵੀ ਇਹ 'ਚ ਥੋੜੀ ਬਹੁਤੀ ਪੋਜ਼ਿਟਿਵਿਟੀ ਵੀ ਹੈਗੀ ਹੈ। ਤੇ ਇਹ ਜਿਹੜਾ ਚੇਂਜ ਹੈ ਇਨਐਵਿਟੇਬਲ ਹੈ। ਕਰੋਨਾ ਨੇ ਇਸ ਚੇਂਜ ਨੂੰ, ਉਹ ਕਹਿੰਦੇ ਆ ਨਾ, ਪੋਟੈਂਸ਼ੀਅਲ ਦੇਤਾ, ਉਹਨੂੰ ਐਕਸਪੋਨੈਂਸ਼ੀਅਲ ਵਧਾ ਦਿੱਤਾ ਉਹ ਡਿਜੀਟਲ ਲਾਈਫ ਨੂੰ, ਆਨਲਾਈਨ ਲਾਈਫ ਨੂੰ। ਪਰ ਇਹ ਹੋਣਾ ਹੀ ਹੋਣਾ ਸੀ। ਬੰਦੇ ਨੇ ਹੌਲੀ ਹੌਲੀ ਜਿਉਂ-ਜਿਉਂ 21ਵੀਂ ਸਦੀ ਵਧਣੀ ਹੈ, ਵਰਚੁਅਲ ਲਾਈਫ, ਆਭਾਸੀ ਸੰਸਾਰ ਵਧੀ ਜਾਣਾ ਹੈ। ਇਸ ਨੂੰ, ਇਹ ਬੁਲਟ ਟ੍ਰੇਨ ਹੈ, ਇਹਦੇ ਸਾਹਮਣੇ ਕੋਈ ਨਹੀਂ ਰੁਕ ਸਕਦਾ। ਇਹਦੇ ਸਾਹਮਣੇ ਸਮਝੋ ਵੀ ਚਿੜੀ ਆ ਗਈ, ਸ਼ੇਰ ਆ ਗਿਆ, ਇਹਦੇ ਤੇ ਸਾਹਮਣੇ ਕੋਈ ਨਹੀਂ ਰੁਕ ਸਕਦਾ। ਇਹ ਇਨਐਵਿਟੇਬਲ ਹੈ, ਇਹ ਅਟਲ ਹੈ। ਇਹ ਸਾਈਬਰ ਸਪੇਸ 'ਚ ਬੰਦੇ ਨੇ ਜਾਣਾ ਹੀ ਜਾਣਾ ਹੈ। ਇਹ 'ਚ ਭਾਵੇਂ ਨੈਗੇਟਿਵਿਟੀ ਹੈ, ਇਹਦਾ ਕੀ ਹੁੰਦਾ ਹੈ, ਹੋ ਸਕਦਾ ਕੁਛ ਇਹਦੇ ਪੋਜ਼ਿਟਿਵ ਫਾਲ ਆਊਟਸ ਵੀ ਨਿਕਲਣ, ਸਾਨੂੰ ਅਜੇ ਕੋਈ ਨਹੀਂ ਪਤਾ। ਪਰ ਇਹ ਸਾਰੇ ਕਰੋਨਾ ਕ੍ਰਾਈਸਿਸ ਦਾ ਜੇ ਇੱਕ ਮੈਨੂੰ ਪੋਜ਼ਿਟਿਵ ਫਾਲ ਆਊਟ ਲੱਗਿਆ, ਇਹਦੇ ਬਾਰੇ ਕਾਫੀ ਜ਼ਿਕਰ ਵੀ ਆਉਂਦਾ ਰਿਹਾ ਕਿ ਬੰਦਾ ਥੋੜਾ এনवायरमेंट ਬਾਰੇ ਜ਼ਿਆਦਾ ਕੌਨਸ਼ੀਅਸ ਹੋ ਗਿਆ ਵੀ ਬੰਦਾ ਧਰਤੀ ਨੂੰ ਕਿੰਨਾ ਨੁਕਸਾਨ ਪਹੁੰਚਾ ਰਿਹਾ, ਉਹ ਬੰਦੇ ਨੂੰ ਹੁਣ ਪਤਾ ਲੱਗਾ ਜਦੋਂ ਉਹਨੂੰ ਹਜ਼ਾਰਾਂ ਸੈਂਕੜੇ ਮੀਟਰ ਦੂਰਾਂ ਤੋਂ ਪਹਾੜ ਦਿਸਣੇ ਸ਼ੁਰੂ ਹੋ ਗਏ, ਦਰਿਆਵਾਂ ਦੇ ਪਾਣੀ ਨੀਲੇ ਹੋ ਗਏ, ਵਿੱਚ ਉਹ ਜਾਨਵਰ ਉਹਨਾਂ ਜਗ੍ਹਾ ਤੇ ਆਉਣੇ ਹੋ ਗਏ ਜਿੱਥੋਂ ਖਤਮ ਹੋ ਚੁੱਕੇ ਸੀ। ਇਹਨੂੰ ਆਪਾਂ ਸਮਝਦੇ ਹਾਂ ਵੀ, ਮੈਂ ਸਮਝਦਾ ਵੀ ਹੋ ਸਕਦਾ ਬੰਦਾ এনवायरमेंट ਦੇ ਪ੍ਰਤੀ ਜ਼ਿਆਦਾ ਉਹ ਕੌਨਸ਼ੀਅਸ ਹੋਵੇ, ਜ਼ਿਆਦਾ ਜਾਗਰੂਕ ਹੋਵੇ। ਸ਼ਾਇਦ ਇਹ ਸਾਰੇ ਕ੍ਰਾਈਸਿਸ ਚੋਂ ਇਹ ਪੋਜ਼ਿਟਿਵ ਗੱਲ ਨਿਕਲ ਸਕਦੀ ਹੈ ਮੇਰਾ ਖਿਆਲ। ਦੂਸਰੀ ਜਿਹੜੀ ਪੋਜ਼ਿਟਿਵ ਗੱਲ ਹੈ ਕਿ ਮਾਰਕੀਟਿੰਗ ਦਾ ਜਿਹੜਾ ਟੋਟਲ ਸ਼ੇਪ ਤੇ ਆਪਰੇਸ਼ਨ ਬਦਲਣ ਵਾਲਾ ਹੈ, ਉਹਦੇ ਬਾਰੇ ਕਿੱਦਾਂ ਸੋਚਦੇ ਹੋ? ਹਾਲਤ ਇਸ ਤਰ੍ਹਾਂ ਦੀ ਹੋ ਰਹੀ ਹੈ ਕਿ ਮੈਂ ਸਮਝਦਾ ਵੀ ਹਾਂਜੀ, ਜਿਵੇਂ ਇਹ ਇਨਐਵਿਟੇਬਲ ਹੈ। ਜੋ ਆਭਾਸੀ ਸੰਸਾਰ, ਵਰਚੁਅਲ ਦੁਨੀਆ ਨੇ ਵਧਣਾ, ਇੰਟਰਨੈਟ ਛਾਇਆ ਪਿਆ ਦੁਨੀਆ ਤੇ, ਇਹ ਵੀ ਆਬਵੀਅਸਲੀ ਇਹ ਵਧਣਾ ਹੀ ਵਧਣਾ ਹੈ, ਇਹਨੂੰ ਵੀ ਨਹੀਂ ਰੋਕ ਸਕਦੇ। ਇਹਦੇ 'ਚ ਕੁਝ ਲੋਕਾਂ ਦਾ ਨੁਕਸਾਨ ਹੋਏਗਾ, ਕੁਝ ਦਾ ਫਾਇਦਾ ਹੋਏਗਾ, ਤੇ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਸਿੱਧੂ ਸਾਹਿਬ, ਇਹ ਹੋਣਾ ਹੀ ਹੋਣਾ। ਜਸਪਾਲ ਜੀ, ਤੁਸੀਂ ਕਿਸ ਤਰ੍ਹਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੇ ਬੰਦਾ ਰੋਬੋਟ ਹੀ ਬਣ ਗਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਮਿੰਦਰ ਕਹਿ ਰਿਹਾ ਬਹੁਤ ਵੱਧ ਗਈ ਹੈ, ਰੋਬੋਟ ਵਾਲੇ ਪਾਸੇ ਹੋ ਰਿਹਾ, ਪ੍ਰੋਡਕਸ਼ਨ ਸਾਰੀ ਰੋਬੋਟ ਬੇਸਡ ਹੀ ਹੋਏਗੀ, ਮਾਰਕੀਟਿੰਗ, ਡਿਸਟ੍ਰੀਬਿਊਸ਼ਨ, ਐਵਰੀਥਿੰਗ ਸਾਰੀ ਕੁਝ ਰੈਬੋ। ਬੰਦੇ ਦੀ ਤਾਂ ਇਹ ਹੈ ਵੀ ਇੰਨਾ ਕੁ ਜਿੰਨਾ ਕੁ ਬਚਿਆ ਹੋਇਆ ਦੁਨੀਆ ਤੇ ਬੰਦਾ, ਇਹਨੂੰ ਵਿਲੇ ਕਿਵੇਂ ਲਾਈਏ ਜਾਂ ਇਹਨੂੰ ਰੋਟੀ ਦਾ ਇੰਤਜ਼ਾਮ ਕਿਵੇਂ ਕਰੀਏ, ਵੱਡੇ ਲੈਵਲ ਤੇ ਥਿੰਕਿੰਗ ਇਹ ਹੋ ਰਹੀ ਹੈ। ਇਸੇ ਕਰਕੇ ਯੂਨੀਵਰਸਲ ਬੇਸਿਕ ਇਨਕਮ ਦਾ ਕਨਸੈਪਟ ਆਇਆ ਵੀ 5-10 ਹਜ਼ਾਰ ਰੁਪਇਆ ਇਹਨੂੰ ਮਹੀਨੇ ਦਾ ਲਾ ਦਿਓ, ਤੇ ਬਾਕੀ ਸਾਰੀ ਕੰਸੈਂਟਰੇਸ਼ਨ ਤਾਂ ਰਿਸੋਰਸਿਸ ਦੀ ਉੱਪਰ ਹੋ ਹੀ ਗਈ ਹੈ। ਕਾਰਪੋਰੇਟ ਕਹਿ ਦਿਓ, ਵਰਲਡ ਕਹਿ ਦਿਓ, ਕੋਈ ਕਹਿ ਦਿਓ, ਉੱਥੇ ਹੋ ਰਹੀ ਹੈ। ਇਸ ਕਰਕੇ ਬਹੁਤ ਗਿਣਤੀ ਰਿਪੋਰਟ ਲੈਵਲ ਤੇ, ਜਾਂ ਮਤਲਬ ਕਿ ਵੀ ਤੁਸੀਂ ਲਾਈਫ 'ਚ ਐਗਜ਼ਿਸਟ ਹੀ ਨਹੀਂ ਕਰਦੀ ਉਹ ਸਾਰੀ ਉਹਨਾਂ ਦੇ ਲਈ, ਜਿਹੜਾ ਇੱਕ ਇਹ ਸੰਸਾਰ ਚੱਲਦਾ। ਇਹ ਜਿਹੇ ਸੰਸਾਰ ਨੂੰ ਤੁਸੀਂ ਇਹਦੇ ਵਿੱਚ এনवायरमेंट, ਜਿਵੇਂ ਡਾਕਟਰ ਅਮਰੀਸ਼ ਕਹਿ ਰਿਹਾ, এনवायरमेंट ਦਾ ਇਸ਼ੂ ਹੀ ਕੀ ਰਹਿਣਾ ਹੈਗਾ ਜਦੋਂ এনवायरमेंट ਦਾ ਇਸ਼ੂ ਤਾਂ ਅੱਜ ਹੈ, ਜਦੋਂ ਅਸੀਂ ਸਾਰੇ ਪਾਰਟਿਸਿਪੇਟ ਕਰਦੇ ਹਾਂ, এনवायरमेंट ਨੂੰ ਖਰਾਬ ਕਰਦੇ ਹਾਂ। ਅਸੀਂ ਤਾਂ ਪਾਰਟਿਸਿਪੈਂਟ ਰਹਿਣੇ ਹੀ ਨਹੀਂ ਇਹਦੇ ਵਿੱਚ। 8-10 ਹਜ਼ਾਰ ਦੇ ਵਿੱਚ ਮੈਜੋਰਿਟੀ ਬੰਦਿਆਂ ਨੂੰ ਜਿੰਨੇ ਪੈਸੇ ਰੋਟੀ ਦੀ ਲੋੜ ਹੈ, ਤੇ ਜਿੰਨੇ ਇਹ ਇੱਕ ਸਿਸਟਮ ਹੈ ਵੀ ਪਾਪੂਲੇਸ਼ਨ ਦੀ ਥਿਨਿੰਗ ਵੱਲ ਨੂੰ ਜਾ ਰਿਹਾ। ਜਿੰਨੀ ਕੁ ਲੋੜ ਹੋਈ ਪਾਪੂਲੇਸ਼ਨ ਰੱਖ ਲਿਆ ਕਰਨੀ ਹੈ, ਜਿੰਨੀ ਕੁ ਲੋੜ ਹੋਈ ਇਸ ਪਾਸੇ ਨੂੰ ਸੰਸਾਰ ਵੱਧ ਰਿਹਾ। ਤੇ ਇਹਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਦੀ ਗੱਲ ਕਰਦਾ, ਉਹ ਮੈਨੂੰ ਕਿਹੜਾ ਬੈਂਚਮਾਰਕ ਹੈ ਪੋਜ਼ਿਟਿਵਿਟੀ ਦਾ, ਕਿਹੜੇ ਅਸੀਂ ਮਾਪਦੰਡ ਤੋਂ ਪੋਜ਼ਿਟਿਵਿਟੀ ਮਿਲਾਂਗੇ? ਮੈਨੂੰ ਇਸ ਦੇ ਵਿੱਚ ਇਹ ਨਾ ਕਹੋ ਮੈਂ ਸਾਰੀ ਨੈਗੇਟਿਵਿਟੀ ਪੋਜ਼ਿਟਿਵਿਟੀ ਅਸੀਂ ਅੱਜ ਦੇ ਇਸ਼ੂ ਤੇ ਦੇਖੀਏ, ਪੋਜ਼ਿਟਿਵਿਟੀ ਲਾਈਫ ਦੀ ਉਸ ਕਿਸਮ ਦੀ ਨਹੀਂ ਹੈ। ਉਹਦੇ 'ਚ ਗਰੀਡ ਨਹੀਂ ਘਟਣਾ, ਉਹਦੇ 'ਚ ਹਵਸ਼ ਨਹੀਂ ਘਟਣੀ, ਉਹਦੇ 'ਚ ਬੰਦੇ ਨੂੰ ਬੰਦਾ ਨਹੀਂ ਸਮਝਣ ਦੀ। ਉਦੋਂ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਾਂ ਬੰਦਾ ਮਤਲਬ ਕਿ ਸਮਝਿਆ ਹੀ ਨਹੀਂ ਗਿਆ, ਤਾਂ ਉਹਦੇ 'ਚੋਂ ਕੱਢ ਹੀ ਦਿੱਤਾ ਸਾਰਾ, ਉਹਨੂੰ ਅਸੈਂਬਲੀ ਲਾਈਨ 'ਚੋਂ ਵੀ ਕੱਢਤਾ, ਮੈਨੂਫੈਕਚਰਿੰਗ ਤੇ ਉਹ ਸਾਰੇ 'ਚੋਂ ਪਾਸੇ ਕੱਢਤਾ। ਇਸ ਕਰਕੇ ਫਿਰ ਅਸੀਂ ਕਿਹੜੀ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ ਵੀ ਉਹ ਪੋਜ਼ਿਟਿਵ ਹੈ। ਇਸ ਕਰਕੇ ਮੈਨੂੰ ਜਿਹੜਾ ਹੈ ਇਹ ਆਉਣ ਵਾਲਾ ਯੁੱਗ
ਬੜੀ ਸਿਲੈਕਟਿਵ ਜੀ ਪਾਪੂਲੇਸ਼ਨ ਦਾ ਹੋ ਰਿਹਾ ਵੀ ਜਿਹਦਾ ਥੋੜੀ ਜੀ ਪਾਪੂਲੇਸ਼ਨ ਸਿਲੈਕਟਿਵਲੀ ਰੱਖਣੀ ਹੋਊਗੀ ਜਿੰਨੀ ਕੁ ਮੈਨੇਜ ਕਰ ਸਕਦੇ ਆ। ਉਹਦੇ ਨਾਲ ਫਿਰ এনवायरमेंट ਦੇ ਇਸ਼ੂ ਤਾਂ ਪਹਿਲਾਂ ਹੀ ਖਤਮ ਹੋ ਜਾਣਗੇ ਜਦੋਂ ਇੱਧਰ ਨੂੰ ਤੁਰੀ ਜਾਂਦੀ ਹੈ ਵਰਲਡ ਤਾਂ। ਤੇ ਇਹ ਜਦੋਂ ਐਕਟਿਵ ਪਾਰਟਿਸਪੈਂਟ ਪਾਪੂਲੇਸ਼ਨ ਨਹੀਂ ਰਹਿਣੀ ਤੇ ਬਸ ਫੇਰ ਤਾਂ ਸਾਰਾ ਕੁਝ ਹੀ ਇੱਕ ਉੱਪਰ ਤੋਂ ਮੈਨੇਜ ਹੋ ਰਿਹਾ। ਤੇ ਉਹਦੇ ਵਿੱਚ ਜਿਹੜੇ ਮਨੁੱਖੀ ਆਪਾਂ ਜਿਨ੍ਹਾਂ ਨੂੰ ਨੈਗੇਟਿਵਿਟੀ ਗਿਣਦੇ ਆ ਉਹਦੇ ਚ ਹੈਗਾ ਹਵਸ਼, ਲਾਲਚ ਤੇ ਵੱਡਾ ਪੈਸਾ ਇਕੱਠਾ ਕਰਨ ਦਾ ਇੱਕ ਥਾਂ ਤੇ ਬਾਕੀ ਡਿਸਟ੍ਰੀਬਿਊਸ਼ਨ ਬਾਕੀਆਂ ਲੋਕਾਂ ਨੂੰ ਪਿੱਛੇ ਛੱਡ ਦੇਣਾ। ਇਹ ਸਾਰਾ ਕੁਝ ਤਾਂ ਵੱਧ ਰਿਹਾ, ਇਹਦੇ ਤੇ ਕੋਈ ਰੁਕਾਵਟ ਨਹੀਂ ਲੱਗ ਰਹੀ। ਅੱਗੇ ਨੂੰ ਵੱਧ ਰਿਹਾ ਜ਼ਿਆਦਾ ਸਾਰੀ ਦੁਨੀਆ 'ਚ, ਉੱਥੇ ਵੀ ਵੱਧ ਰਿਹਾ ਜਿੱਥੇ 13 ਸੋਸ਼ਲਿਸਟ ਸੁਸਾਇਟੀਆਂ ਬਣ ਗਈਆਂ ਸੀ। ਇਸ ਤੋਂ ਪਹਿਲਾਂ ਕਿ ਆਪਾਂ ਇਹ ਕਲੋਜ਼ ਕੀਤੀ ਜਾਵੇ ਵਿਚਾਰ ਚਰਚਾ, ਮੈਂ ਮਿੰਦਰ ਉਹਨਾਂ ਨੂੰ ਪੁੱਛਣਾ ਚਾਹੂੰਗਾ ਜਿਹੜੇ ਇਹ ਬੜਾ ਚਰਚਾ ਹੈਗਾ ਥਿਨਿੰਗ ਆਫ ਪਾਪੂਲੇਸ਼ਨ ਐਂਡ ਕਰੋਮਾ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਹਾਂ ਅਸੀਂ ਤੁਸੀਂ ਮੈਂ ਗੱਲ ਤੁਹਾਡੀ ਸਮਝ ਗਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਜੇ ਹਿੰਦੁਸਤਾਨ ਦੀ ਤੁਸੀਂ ਪ੍ਰੈਜ਼ੈਂਟ ਗੱਲ ਕਰੀਏ, ਅਸੀਂ ਹੁਣ ਹਿੰਦੁਸਤਾਨ ਦੇ ਬਾਰੇ ਇੱਕ ਨਹੀਂ ਆਪਾਂ ਸਾਰਿਆਂ ਬਾਰੇ ਗੱਲ ਪੇਸ਼ ਕਰ ਰਿਹਾ ਹੈ। ਸਾਰੇ ਪਲੈਨਟ ਬਾਰੇ ਆਪਾਂ ਗੱਲ ਕਰ ਰਹੇ ਹਾਂ। 50 ਕਰੋੜ ਹਾਂਜੀ ਪਲੈਨਟ ਬਾਰੇ ਗੱਲ ਕਰ ਰਹੇ ਹਾਂ। ਹੈਲੋ ਮੈਂ ਕਿਹਾ ਆਪਾਂ ਪਲੈਨਟ ਬਾਰੇ ਗੱਲ ਕਰ ਰਹੇ ਹਾਂ। ਪਲੈਨਟ ਬਾਰੇ ਗੱਲ ਕਰ ਰਿਹਾ ਨਹੀਂ ਮੈਂ ਉਹਦੇ ਐਗਜ਼ਾਮਪਲ ਦੇ ਰਿਹਾ ਕਿ ਜਿਸ ਧਰਤੀ ਦੇ ਉੱਤੇ 50 ਕਰੋੜ ਵਿਅਕਤੀ ਜਿਹੜੇ ਨੇ ਉਹ ਭੁੱਖੇ ਭਾਣੇ ਘੁੰਮ ਰਹੇ ਹੋਣ, ਦੂਜੇ ਪਾਸੇ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਇੱਕ ਦੇਸ਼ ਦੀ ਮੈਂ ਗੱਲ ਕਰ ਰਿਹਾ, ਇਹ ਸਾਰੇ ਹੋਏਗਾ, ਪਾਕਿਸਤਾਨ ਵਿੱਚ ਹੋਏਗਾ, ਅਰਬ ਕੰਟਰੀ ਦੇ ਵਿੱਚ ਹੋਏਗਾ, ਇਹ ਸ਼ਾਇਦ ਜਿਹੜੇ ਯੂਰਪੀਅਨ ਕੰਟਰੀ ਹੈ ਜਿਹਨਾਂ ਵਿੱਚ ਜਿਹੜਾ ਬਹੁਤਾ ਵਿਖਰੇਵਾ ਨਹੀਂ ਹੈ ਆਪਸ ਵਿੱਚ, ਇਹ ਸਾਨੂੰ ਨਜ਼ਰ ਆ ਗਏ ਨੇ ਕਿ ਦੋ ਬੰਦੇ ਬਣ ਗਏ ਨੇ। ਇਹ ਬੰਦੇ ਜਿਹੜੇ ਜੀਵ ਨੇ ਇਹ ਕਨਵਰਟ ਹੋ ਜਾਣਗੇ, ਨੀਵੇਂ ਜੀਵ ਦੀ ਅਵਸਥਾ ਵਿੱਚ ਚਲੇ ਜਾਣਗੇ, ਔਰ ਜਿਹੜੇ ਉੱਪਰਲੇ ਹੈ ਜਿਹੜੇ ਅਸੀਂ ਤੁਸੀਂ ਵੀ ਹੈ ਉਹਨਾਂ ਵਿੱਚ ਸ਼ਾਮਲ, ਜਾਂ ਜਿਹੜੇ ਰੋਬੋਟ ਦੇ ਨਾਲ ਕੰਮ ਕਰਨਗੇ ਉਹਨਾਂ ਦਾ ਇੱਕ ਵੱਖਰਾ ਸਮਾਜ ਬਣ ਜਾਏਗਾ। ਇਹ ਵੀ ਖਤਰਾ ਹੈ ਕਿ ਦੋ ਸਮਾਜ ਨਾ ਬਣ ਜਾਣ, ਇੱਕੋ ਸਮਾਜ ਜਿਹਦਾ ਦੁਰਕਾਰਿਆ ਹੋਇਆ, ਜਿਸ ਤਰ੍ਹਾਂ ਜਿਸ ਅੱਜ ਦੇਖੋ ਨਾ ਅੱਜ ਡਿਫਰੈਂਸ ਜਿਹੜੇ ਨੇ, ਜੇ ਅਸੀਂ ਅਮਰੀਕਾ ਦੀ ਵੀ ਗੱਲ ਕਰੀਏ, ਕੈਨੇਡਾ ਦੀ ਵੀ ਗੱਲ ਕਰੀਏ, ਜਾਪਾਨ ਦੀ ਵੀ ਗੱਲ ਕਰੀਏ, ਉਹਨਾਂ ਦੇ ਵਿੱਚ ਵੀ ਜਿਹੜੀ ਸੋਰਸ ਆਫ ਇਨਕਮ ਹੈ, ਚਾਹੇ ਉਹਨਾਂ ਦੇ ਵਿੱਚ ਅਮੀਰ ਔਰ ਗਰੀਬ ਦਾ ਫਰਕ ਘੱਟ ਹੈ, ਲੇਕਿਨ ਐਗਜ਼ਿਸਟ ਕਰਦਾ ਹੈ। ਉਹ ਐਗਜ਼ਿਸਟੈਂਸ ਜਿਹੜੀ ਹੈ ਜਿਹੜੇ ਪਿਛੜੇ ਹੋਏ ਦੇਸ਼ ਨੇ ਉਹਨਾਂ ਵਿੱਚ ਸੰਭਾਵਨਾ ਇਹ ਲੱਗਦੀ ਹੈ ਕਿ ਜ਼ਿਆਦਾ ਵਿਖਰੇਵਾ ਪੈਦਾ ਹੋ ਜਾਏਗਾ, ਔਰ ਉਹ ਲੋਕ ਜਿਹੜੇ ਮਸ਼ੀਨੀ ਯੁੱਗ ਜਾਂ ਮਸ਼ੀਨ ਦੇ ਨਾਲ ਵਧੇਰੇ ਮਸ਼ੀਨ ਨੂੰ ਉਪਯੋਗੀ ਬਣਾ ਕੇ ਮਨੁੱਖ ਦੀ ਜਗ੍ਹਾ ਉਸ ਨੂੰ ਯੂਜ਼ ਕਰਨਗੇ, ਤਾਂ ਇਹ ਜਿਹੜਾ ਟ੍ਰੈਂਡ ਹੈ ਇਹ ਮਨੁੱਖਤਾ ਦੇ ਲਈ ਇੱਕ ਬਹੁਤ ਹੀ ਵੱਖਰੀ ਕਿਸਮ ਦੀ ਜਿਹੜੀ ਹੈ ਇਹ ਸਿਚੁਏਸ਼ਨ ਸਾਨੂੰ ਦੇਖਣ ਨੂੰ ਮਿਲੂਗੀ। ਔਰ ਸਾਨੂੰ ਇਸ ਗੱਲ ਦੇ ਬਾਰੇ ਵਿੱਚ ਚਿੰਤਨ ਕਰਨਾ ਚਾਹੀਦਾ ਹੈ, ਸਾਨੂੰ ਸੋਚਣਾ ਚਾਹੀਦਾ ਹੈ, ਔਰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਟੋਟਲ ਮਨੁੱਖ ਜਿਹੜਾ ਹੈ ਧਰਤੀ ਤੇ ਵਸਿਆ ਹੋਇਆ ਹਰ ਜੀਵ, ਚਾਹੀਦਾ ਤਾਂ ਇਹ ਹੈ ਜੇ ਅਸੀਂ ਹਿੰਦੁਸਤਾਨ ਦੀ ਬੇ ਹਰ ਜੀਵ ਹਰ ਪ੍ਰਾਣੀ ਜਿਹੜਾ ਹੈ ਉਹ ਸੁੱਖ ਦੀ ਜ਼ਿੰਦਗੀ ਜੀਏ। ਇਹ ਨਾ ਹੋਏ ਕਿ ਕੁਝ ਲੋਕ ਜਿਹੜੇ ਨੇ ਉਸ ਯਾਨੀ ਸਾਰਾ ਹੀ ਸੁੱਖ ਮਾਣ ਲੈਣ ਔਰ ਸੁੱਖ ਵੀ ਨਹੀਂ ਮਾਣਦੇ, ਉਹਨਾਂ ਦਾ ਸੁੱਖ ਵੀ ਦੁੱਖ ਵਿੱਚ ਕਨਵਰਟ ਹੋਇਆ ਹੈ, ਉਸ ਦੁੱਖ ਨੂੰ ਸਿਗਨੀਫੀਕੈਂਸ ਦੇਈ ਜਾਂਦੇ ਨੇ, ਉਹਨੂੰ ਗਲੋਰੀਫਾਈ ਕਰੀ ਜਾ ਰਹੇ ਨੇ। ਲੇਕਿਨ ਆਮ ਮਨੁੱਖਤਾ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਕਿਤੇ ਥੱਲੇ ਦੇ ਪੱਧਰ ਤੇ ਕੁਚਲੀ ਨਾ ਜਾਏ। ਬਹੁਤ ਬਹੁਤ ਸ਼ੁਕਰੀਆ। ਸਾਡੀ ਵਿਚਾਰ ਚਰਚਾ ਨੇ ਬੜੇ ਗੰਭੀਰ ਜਿਹੜੇ ਪ੍ਰਸ਼ਨ ਹੈ ਉਹ ਉਠਾਏ ਨੇ, ਤੇ ਕਈ ਵਾਰ ਬਹੁਤ ਸਾਰੇ ਸ਼ੰਕੇ ਵੀ ਇਹਦੇ ਵਿੱਚੋਂ ਸੀਪ ਕਰਕੇ ਬਾਹਰ ਨਿਕਲ ਰਹੇ ਨੇ, ਤੇ ਇਹ ਵਾਕਿਆ ਹੀ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ, ਬਿਲਕੁਲ ਜਿਵੇਂ ਸ਼ੁਰੂ ਵਿੱਚ ਅੰਬਰੀਸ਼ ਹੋਰਾਂ ਨੇ ਆਖਿਆ ਸੀ ਕਿੱਦਾਂ ਦਾ ਹੋ ਗਿਆ, ਕੋਈ ਗੱਲ ਡੈਫੀਨਿਟ ਕਿਸੇ ਪੱਖ ਤੋਂ ਨਹੀਂ ਕੀਤੀ ਜਾ ਸਕਦੀ। ਇਹ ਇਨਡੈਫੀਨਿਟ ਜਿਹੜੇ ਚੀਜ਼ਾਂ ਜਿਹੜੇ ਯੁੱਗ ਚੋਂ ਅਸੀਂ ਲੰਘ ਰਹੇ ਹਾਂ ਉਹ ਇਹੀ ਨੇ ਜੋ ਮਿੰਦਰ ਜ਼ਿਕਰ ਕਰ ਰਿਹਾ, ਜਸਪਾਲ ਕਰ ਰਿਹਾ ਸੀ, ਜ਼ਿਕਰ ਕਰ ਰਿਹਾ ਸੀ। ਤੇ ਸਾਨੂੰ ਇੱਕ ਆਸ ਦੀ ਕਿਰਨ ਜਿਹੜੀ ਇਸ ਪੱਖ ਤੋਂ ਨਜ਼ਰ ਆਉਂਦੀ ਹੈ ਕਿ ਕੁਝ ਪੋਜ਼ਿਟਿਵ ਚੀਜ਼ਾਂ ਵੀ ਵਾਪਰਨ ਦੀ ਸੰਭਾਵਨਾ ਨਜ਼ਰ ਜ਼ਰੂਰ ਆਉਂਦੀ ਹੈ, ਹੋਵੇ ਚਾਹੇ ਨਾ ਹੋਵੇ। ਤੇ ਉਸ ਸੰਭਾਵਨਾ ਦੇ ਨੋਟ ਦੇ ਉੱਤੇ ਆਪਾਂ ਆਪਣੀ ਅੱਜ ਦੀ ਵਿਚਾਰ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਦੋਸਤਾਂ ਦੇ ਨਾਲ ਨਵੇਂ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਮਿੰਦਰ ਜੀ, ਤੁਹਾਡਾ ਅਨੰਦਪੁਰ ਤੋਂ ਆਏ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੰਬਰੀਸ਼ ਜੀ ਤੁਹਾਡਾ ਅੰਮ੍ਰਿਤਸਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਸਪਾਲ ਤੁਸੀਂ
ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।